सतनाम वाहिगुरु साहिब जी। जे को सिख गुरु सेती सन्मुख होवै तां सन्मुख सिख कोई, जीहो रहे गुर नाले। गुर के चरण हृदय तिहाए, अंतर आत्म समाले। आप छड़ सदा रहे परने, गुर बिन अवर न जाने कोय। कहे नानक सुनहो संत हो, सो सिख सन्मुख होए। आप छड़ सदा रहे परने, गुर बिन अवर ना जाने कोय। कहे नानक सुनहो संत हो, सो सिख सन्मुख होए। वाहिगुरु जी का खालसा, वाहिगुरु जी की फतेह। धन सतगुरु गुरु अमरदास महाराज अज दी पावन इस पौड़ी दे विच बख्शिश कर रहे हैं, जिन्हां दी गल सतगुरु ने 20वीं पौड़ी विच बख्शिश कीती है। कहे नानक जिन मन निर्मल सदा रहे गुर नाले। एक पहला सवाल पैदा होता है कि सिख ने कोई काम नहीं करना कि सिख हमेशा ही गुरु दे नाल रहे, सदा रहे गुर नाले। ये बहुत बड़ा सवाल है साडी जिंदगी का। पर जे असी सतगुरु जी दे कोलों पुछदे हां, गुरु साहब महाराज बख्शिश करदे आ, गुरु शब्द रूप है, सिख सुरत रूप है। अपनी सुरत शब्द दे विच जोड़नी, अठे पैर शब्द का ध्यान जोड़ के रखना। सन्मुख का भाव भी यही है। असी जिदे आपां गुरु साहब जी के दर्शन करते हैं, मत्था टेक के कई लोग पुठे पैर पिछे नूं जाते हैं। ठीक है, एक सन्मान एक हो सकता, सन्मान का एक हिस्सा है, पर असली सन्मुख होना अंदरों है। जे असी इत्थे तां सन्मुख हो गए पर अंदरों असी बेमुख हाँ, गल ही नहीं मनते, अंदरों पिठ कीती हुई है। इत्थे सतगुरु जी ने अज दे शब्द दे विच 6 प्रमुख सिख दीआं निशानियां दसियां हैं। कहंदे जिहड़ा सिख सन्मुख होना चाहुंदा है, जां जिहड़ा सिख सन्मुख है, जे को सिख गुरु सेती सन्मुख होवे। हुण पहली निशानी है, होवे तां सन्मुख सिख कोई, जीहो रहे गुर नाले। जीहो अंदरों, क्योंकि शरीर करके तां असीं गुरु दे नाल हां। अंदरों कहते किस तरह, गुरु अमरदास जी का शब्द है, कहते पूरा थाट बनाया पूरे वेखो एक समाना। इस प्रपंच में साचे नाम की वड्याई, मत को धरो गमाना। सतगुर की जिसनू मत आवै, सो सतगुर माहे समाना। यह बाणी जो जीहो जाने, तिस अंतर रवे हर नाम। जिहड़ा अंदरों उस परमात्मा दे नाल सन्मुख है, जीओ रहे गुर नाले, उहदे नाल अंदरों जुड़िया होया है। बाणी दे विच अनेकां प्रमाण सतगुरु महाराज ने साडी जेल झोली दे विच पाए हैं कि असी अंदरों परमात्मा दे नाल किस तरह जुड़ सकते हैं। अकाल पुरख परमेश्वर दी
ਪ੍ਰਾਪਤੀ ਕਿਸ ਤਰ੍ਹਾਂ ਜੀਵਨ ਦੇ ਵਿੱਚੋਂ ਹੋ ਸਕਦੀ ਹੈ। ਅੰਦਰੋਂ ਉਹਨੂੰ ਯਾਦ ਕਰਨਾ ਹੈ। ਜੀਓ ਰਹੇ ਗੁਰ ਨਾਲੇ, ਇਹ ਪਹਿਲੀ ਨਿਸ਼ਾਨੀ ਹੈ। ਦੂਸਰੀ ਨਿਸ਼ਾਨੀ ਹੈ ਗੁਰ ਕੇ ਚਰਨ ਹਿਰਦੇ ਧਿਆਏ। ਗੁਰੂ ਦੇ ਚਰਨ, ਗੁਰੂ ਦਾ ਉਪਦੇਸ਼, ਉਹਨੂੰ ਆਪਣੇ ਹਿਰਦੇ ਦੇ ਵਿੱਚ ਦ੍ਰਿੜ ਕਰਨਾ, ਉਹਨੂੰ ਆਪਣੇ ਹਿਰਦੇ ਦੇ ਵਿੱਚ ਪੱਕਾ ਕਰਨਾ, ਉਪਦੇਸ਼ ਨੂੰ ਪੱਕਾ ਕਰਨਾ। ਕਿਉਂਕਿ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਇੱਕ ਸ਼ਬਦ ਹੈ, ਜਿਸ ਵੇਲੇ ਸਤਿਗੁਰੂ ਸਮਝਾਉਂਦੇ ਆ, ਕਹਿੰਦੇ ਭਾਈ ਪਹਿਲਾਂ ਕੀ ਕਰਨਾ, ਅੰਤਰ ਗੁਰ ਆਰਾਧਨਾ। ਉਸ ਤੋਂ ਬਾਅਦ ਦੀ ਗੱਲ ਨਾ, ਜੇਵਾ ਜਪ ਗੁਰ ਨਾਉ, ਜੀਓ ਰਹੇ ਗੁਰ ਨਾਲੇ। ਵੱਖਰੀ ਗੱਲ ਹੈ ਕਿ ਸਾਡੀ ਕੌਮ ਦੇ ਵਿੱਚ ਅਸੀਂ ਸਿੱਖੀ ਦੀ ਵਿਆਖਿਆ ਸਿੱਖੀ ਦੇ ਨਾਲ ਨਹੀਂ ਕਰ ਰਹੇ, ਮਾਫ ਕਰਨਾ, ਗੁਰਮਤ ਦੀ ਵਿਆਖਿਆ ਗੁਰਮਤ ਨਾਲ ਨਹੀਂ ਕਰ ਰਹੇ। ਕੋਈ ਜੋਗ ਮਤ ਨੂੰ ਲੈ ਕੇ ਬੈਠਾ ਹੈ, ਕੋਈ ਬ੍ਰਾਹਮਣੀ ਸੋਚ ਨੂੰ ਲੈ ਕੇ ਬੈਠਾ ਹੈ। ਇਸ ਕਰਕੇ ਅਸੀਂ ਭਟਕਣਾ ਦੇ ਵਿੱਚ ਹਾਂ। ਅੱਜ ਕੀ ਹੋ ਰਿਹਾ ਕਿ ਸਿਰਫ ਸਿਮਰਨ ਕਰਨ ਦੇ ਉੱਪਰ ਹੀ ਅਲੱਗ-ਅਲੱਗ ਸਾਡੀਆਂ ਵਿਚਾਰਾਂ, ਉਹਦੇ ਵਿੱਚ ਵਾਦ ਵਿਵਾਦ ਬਣ ਰਿਹਾ। ਪਰ ਇਹ ਬਾਹਰਲਾ ਵਿਸ਼ਾ ਨਹੀਂ ਸੀ। ਇਹਨੂੰ ਤਾਂ ਸਤਿਗੁਰੂ ਕਹਿੰਦੇ ਅੰਤਰ ਗੁਰ ਆਰਾਧਨਾ। ਹਾਂ, ਅੰਦਰ ਪਹਿਲਾਂ ਕਹਿੰਦੇ ਕਰ, ਤੇ ਬਾਅਦ ਵਿੱਚ ਭਾਵੇਂ ਬਾਅਦ ਵਿੱਚ ਜਿੰਨੇ ਲੋਕਾਂ ਨੇ ਕਿਹਾ ਉਹ ਸਾਵਣ ਦੇ ਨਾਲ ਕਰਦੇ। ਗੁਰੂ ਸਾਹਿਬ ਨੇ ਸਾਡੇ ਉੱਪਰ ਕਿਰਪਾ ਕੀਤੀ, ਕਿਉਂਕਿ ਦਰਖਤ ਛਾਂ ਤਾਂ ਹੀ ਦੇਗਾ, ਉਹਦੀ ਜੜ ਹੋਏਗੀ। ਜੇ ਜੜ ਹੀ ਨਹੀਂ ਹੈ ਤਾਂ ਉਹਦਾ ਦਰਖਤ, ਟਾਹਣੀਆਂ, ਪੱਤੇ, ਫੁੱਲ, ਫਲ ਕਿੱਥੋਂ ਪੈਦਾ ਹੋਣੇ, ਜੇ ਜੜ ਹੀ ਨਹੀਂ ਕੋਈ ਨਹੀਂ। ਜੇ ਅੰਦਰੋਂ ਗੁਰ ਕੇ ਚਰਨ ਹਿਰਦੇ ਧਿਆਏ ਵਾਲੀ ਅਵਸਥਾ ਨਹੀਂ ਹੈ ਤੇ ਉਹ ਜੀਵਾ ਦੇ ਨਾਲ ਵੀ ਨਹੀਂ ਜਪ ਸਕਦਾ, ਉਹ ਨੇਤਰਾਂ ਨਾਲ ਵੀ ਗੁਰੂ ਦੇ ਦਰਸ਼ਨ ਨਹੀਂ ਕਰ ਸਕਦਾ, ਕੰਨਾਂ ਨਾਲ ਨਹੀਂ ਸੁਣ ਸਕਦਾ। ਜਿਹੜਾ ਸ਼ਬਦ ਹੈ ਨਾ, ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਏ ਠਾਓ, ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਤ ਦੇ ਜਗ ਮੈਂ ਊਤਮ ਕਾਢੀ ਹੈ ਬਿਰਲੇ ਕਹੀ ਕੇ। ਜਿਹੜੇ ਕੌਣ, ਕਹਿੰਦੇ ਗੁਰ ਕੇ ਚਰਨ ਹਿਰਦੇ ਧਿਆਏ, ਜਿਹੜੇ ਅੰਤਰ ਗੁਰ ਆਰਾਧਨਾ। ਗੁਰੂ ਸਾਹਿਬ ਨੇ ਸਾਨੂੰ ਬਾਰ-ਬਾਰ ਸਮਝਾਉਣ ਦਾ ਯਤਨ ਕੀਤਾ ਵੀ ਕਿਤੇ ਬਾਹਰੀ ਤੌਰ ਤੇ ਨਾ ਕਰੀ ਜਾਏ। ਸਾਨੂੰ ਗੁਰੂ ਸਾਹਿਬ ਜੀ ਸਮਝਾਉਂਦੇ, ਚਪੇੜਾ ਮਾਰਦੇ ਆ, ਕਹਿੰਦੇ ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਬਸ ਪਾਣੀ, ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ। ਬਸ ਸਾਨੂੰ ਸਮਝਾ ਰਹੇ ਨਾ ਗੁਰੂ ਸਾਹਿਬ ਜੀ, ਸਿਰਫ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਸਿਰਫ ਕਹਿੰਦੇ ਸਿਰਫ ਮਨ ਨਹੀਂ ਪ੍ਰੀਤ, ਮੁਖੋਂ ਗੰਢ ਲਾਵਤ ਵਾਲੀ ਗੱਲ ਨਾ ਬਣਦੇ। ਕਹਿੰਦੇ ਗੁਰ ਕੇ ਚਰਨ ਹਿਰਦੇ ਧਿਆਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇੱਕ ਦਿਨ ਆਖਿਆ, ਕਹਿੰਦੇ ਭੁੱਖ ਲੱਗੀ ਹੈ। ਸਤਿਗੁਰੂ ਮਹਾਰਾਜ ਜੀ, ਪ੍ਰਸ਼ਾਦੇ ਦਾ ਟਾਈਮ ਤਾਂ ਨਹੀਂ ਹੈ, ਤੁਸੀਂ ਪਰ ਹੁਕਮ ਕਰੋ, ਕੀ ਛਕੋਗੇ? ਸਭਾ ਨੇ ਆਖਿਆ, ਕਹਿੰਦੇ ਸਾਚੇ ਨਾਮ ਕੀ ਲਾਗੇ ਭੂਖ। ਸਤਿਗੁਰੂ ਹੁਕਮ ਕਰੋ। ਸਭਾ ਨੇ ਆਖਿਆ, ਕੋਈ ਮੈਨੂੰ ਸਿੱਖ ਜਪਜੀ ਸਾਹਿਬ ਸੁਣਾਵੇ, ਅੱਜ ਭੁੱਖ ਲੱਗੀ ਹੈ। ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਆਰੰਭ ਕੀਤਾ, ਅੰਦਰੋਂ ਪੜ੍ਹ ਰਿਹਾ, ਪੜ੍ਹੀ ਜਾ ਰਿਹਾ। ਇਧਰ ਗੁਰੂ ਸਾਹਿਬ ਨੇ ਫੈਸਲਾ ਕਰ ਲਿਆ, ਅੱਜ ਇਹਨੂੰ ਬਰਾਬਰ ਬਿਠਾ ਲੈਣਾ, ਅੱਜ ਇਹਨੂੰ ਬਰਾਬਰ ਬਿਠਾਉਣਾ ਹੈ। ਤੇ ਜਿਸ ਵੇਲੇ ਭਾਈ ਗੋਪਾਲਾ ਬਾਣੀ ਪੜ੍ਹਦਾ ਦੇਖ ਰਿਹਾ ਕਿ ਸਤਿਗੁਰੂ ਜੀ ਮਹਾਰਾਜ ਜੀ ਝੂਮ ਰਹੇ ਆ, ਸੰਗਤਾਂ ਵੀ ਬੜੇ ਆਨੰਦ ਦੇ ਵਿੱਚ ਹਨ, ਤੇ ਜੇ ਗੁਰੂ ਸਾਹਿਬ ਕਹਿਣ ਲੱਗੇ ਨਾ ਵੀ ਕੁਛ ਮੰਗ ਲਾ, ਤੇ ਫਿਰ ਮੈਂ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰੋ, ਮੈਨੂੰ ਚੀਨਾ ਘੋੜਾ ਦੇ ਦਿਓ, ਜਿਹੜਾ ਭਾਈ ਸੁਭਾਗੇ ਨੇ ਭੇਟਾ ਕੀਤਾ, ਮੈਂ ਕਹਾਂਗਾ ਗੁਰੂ ਸਾਹਿਬ ਜੀ। ਸਮਾਪਤੀ ਹੋਈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਖਿਆ, ਉਹ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ।
ਕਹਿਣ ਲੱਗੇ ਭਾਈ ਗੋਪਾਲਿਆ, ਇਹ ਛੇਵਾਂ ਜਾਮਾ ਹੈ, ਜੋਤ ਇੱਕੋ ਹੀ ਹੈ। ਪਹਿਲੇ ਜਾਮੇ ਦੇ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਸੀ ਘੋੜਿਆਂ ਦੀ ਗੱਲ, ਪਹਿਲੇ ਜਾਮੇ ਵਿੱਚ ਸਮਝਾਈ ਸੀ। ਸੁਲਤਾਨਪੁਰ ਲੋਧੀ ਦੀ ਮਸਜਿਦ ਵਿੱਚ ਨਵਾਬ ਘੋੜੇ ਖਰੀਦਣ ਗਿਆ ਸੀ ਤੇ ਕਾਜੀ ਘਰ ਗਿਆ ਸੀ, ਗੱਲ ਘੋੜਿਆਂ ਦੀ ਸੀ। ਅੱਜ ਤੂੰ ਹੀ ਹੋਈ ਗੱਲ ਕਰ ਲਈ ਨਾ 6 ਜਾਮਿਆਂ ਤੋਂ ਬਾਅਦ ਵੀ, ਅੱਜ ਘੋੜੇ ਤੇ ਹੀ ਤੂੰ ਟਿਕਿਆ ਹੋਇਆ, ਉੱਥੇ ਟਿਕਿਆ ਹੋਇਆ। ਕਹਿੰਦੇ ਗੁਰ ਕੇ ਚਰਨ ਹਿਰਦੇ ਤੇ ਆਏ, ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਧਿਆਉਣਾ ਹੈ, ਤੂੰ ਇਹ ਜੀਵਨ ਦੇ ਵਿੱਚ ਨਹੀਂ ਕਰ ਰਿਹਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਸਿੱਖ ਦੀ ਨਿਸ਼ਾਨੀ ਹੈ। ਗੁਰ ਕੇ ਚਰਨ ਹਿਰਦੇ ਧਿਆਏ। ਅੱਗੇ ਤੀਸਰੀ ਨਿਸ਼ਾਨੀ ਹੈ ਅੰਤਰ ਆਤਮੈ ਸਮਾਲੇ। ਸਮਾਲੇ ਦਾ ਅਰਥ ਹੁੰਦਾ ਯਾਦ ਕਰਨਾ। ਆਪਾਂ ਕਹਿੰਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਸੰਭਾਲ ਮਤਲਬ ਨਹੀਂ, ਇਹਦਾ ਅਰਥ ਹੈ ਕਿ ਯਾਦ ਕਰਨਾ। ਪ੍ਰਮਾਤਮਾ ਅਕਾਲ ਪੁਰਖ ਨੂੰ ਯਾਦ ਕਰਨਾ ਹੈ। ਉਹ ਪ੍ਰਮਾਤਮਾ ਅਕਾਲ ਪੁਰਖ ਦੀ ਬਖਸ਼ਿਸ਼ ਜੀਵਨ ਦੇ ਵਿੱਚ ਪ੍ਰਾਪਤ ਕਰਨੀ ਹੈ। ਅੰਤਰ ਗੁਰ ਆਰਾਧਨਾ, ਜਿੱਦਾਂ ਇੱਥੇ ਗੁਰੂ ਸਾਹਿਬ ਕਹਿੰਦੇ ਅੰਤਰ ਆਤਮੈ ਸਮਾਲੇ, ਪ੍ਰਮਾਤਮਾ ਨੂੰ ਯਾਦ ਕਰ। ਜਿਹੜੇ ਅੰਦਰੋਂ ਜੁੜੇ ਹੋਏ ਆ ਪ੍ਰਮਾਤਮਾ ਦੇ, ਉਹਨਾਂ ਦਾ ਕੋਈ ਪਹਿਰਾਵਾ ਕੋਈ ਇੱਦਾਂ ਧਾਰਮਿਕ ਨਹੀਂ ਤੁਹਾਨੂੰ ਲੱਗੇਗਾ। ਇੱਦਾਂ ਨਹੀਂ ਲੱਗੇਗਾ ਕਿ ਸਿਰਫ ਪਹਿਰਾਵੇ ਕਰਕੇ ਲੋਕਾਂ ਨੂੰ ਜੋੜ ਰਹੇ ਆ, ਆਪਣੇ ਨਾਲ ਜੋੜਦੇ। ਜਿਹੜੇ ਅਸੀਂ ਕਈ ਵੇਲੇ ਪ੍ਰਭਾਵਿਤ ਹੋ ਜਾਂਦੇ ਹਾਂ, ਪਹਿਰਾਵੇ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ। ਪਰ ਜਿਹਦੇ ਅੰਦਰ ਪਿਆਰ ਹੁੰਦਾ ਨਾ, ਸਾਹਿਬ ਕਹਿੰਦੇ ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਜਿਹਨਾਂ ਦੇ ਅੰਦਰ ਪ੍ਰਮਾਤਮਾ ਦੇ ਪ੍ਰਤੀ ਪਿਆਰ ਹੈ, ਗੱਲ ਖੇਡ ਸਾਰੀ ਅੰਦਰਲੀ ਹੈ, ਅੰਦਰਲੀ ਖੇਡ। ਅੰਤਰ ਆਤਮੈ ਸਮਾਲੇ। ਆ ਪੜ੍ਹਦੇ ਨਾ ਗੁਰੂ ਸਾਹਿਬ ਜੀ, ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਗਏ, ਮਾਈ ਆਈ ਸੀ ਤੇ ਗੁਰੂ ਸਾਹਿਬ ਜੀ ਦੇ ਘੋੜੇ ਦੀਆਂ ਲਗਾਮਾਂ ਫੜ ਲਈਆਂ। ਘਰੋਂ ਤਾਂ ਇਹ ਪੜ੍ਹਦੀ ਸੀ ਨਾ, ਹਉ ਪਾਪੀ ਤੂੰ ਬਖਸ਼ਣਹਾਰ, ਇਹੀ ਪੜ੍ਹਦੀ ਸੀ ਨਾ ਪਹਿਲਾਂ। ਪਰ ਅੱਜ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਭੁੱਲ ਗਈ। ਪੜ੍ਹਨਾ ਕੀ ਹੈ? ਉਹ ਪੜ੍ਹ ਰਹੀ ਹੈ ਤੂੰ ਪਾਪੀ ਹਉ ਬਖਸ਼ਣਹਾਰ। ਸਿੱਖ ਨੇ ਆਖਿਆ ਮਾਤਾ ਕੀ ਪੜ੍ਹ ਰਹੀ ਹੈ? ਉਹ ਫੇਰ ਪੜ੍ਹੀ ਜਾ ਰਹੀ ਹੈ ਤੂੰ ਪਾਪੀ ਹਉ ਬਖਸ਼ਣਹਾਰ। ਸਤਿਗੁਰ ਕਹਿੰਦੇ ਇਹਨੂੰ ਲੱਗੀ ਰਹਿਣ ਦੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਇਹ ਬਾਹਰੋਂ ਬੋਲਦੀ ਆ ਪਰ ਅੰਦਰ ਇਹਦੇ ਪਿਆਰ ਹੈ। ਆਪਾਂ ਕਈ ਵੇਲੇ ਗੱਲ ਕਰਦੇ ਬੰਦਾ ਬੋਲ ਨਹੀਂ ਸਕਦਾ, ਇਹਦੇ ਅੰਦਰੋਂ ਇਹਦੇ ਬੜਾ ਪਿਆਰ ਹੈ। ਇਹ ਅੱਜ ਬੋਲ ਗਿਆ ਪਰ ਇਹਦੇ ਅੰਦਰ ਬਹੁਤ ਪਿਆਰ। ਆਪਾਂ ਜਾਣਦੇ ਹੁੰਦੇ ਨਾ, ਬੰਦੇ ਨੂੰ ਪਤਾ ਲੱਗ ਜਾਂਦਾ। ਤੇ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਆ। ਇਹ ਤੀਸਰੀ ਗੁਰੂ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ, ਕਹਿੰਦੇ ਅੰਤਰ ਆਤਮੇ ਸਮਾਲੇ। ਆਪ ਛੱਡ ਸਦਾ ਰਹਿ ਪਰਨੈ। ਪਰਨੇ ਕਹਿੰਦੇ ਸ਼ਰਨ ਵਿੱਚ ਰਹਿਣਾ ਹੈ। ਆਪ ਛੱਡ ਸਦਾ ਰਹਿ ਪਰਨੇ, ਹਮੇਸ਼ਾ ਗੁਰੂ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਰਹਿੰਦਾ ਹੈ। ਜਿੱਦਾਂ ਪੜ੍ਹਦੇ ਨਾ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ। ਇਹ ਤਾਂ ਅਸੀਂ ਪੜ੍ਹਦੇ ਹਾਂ ਵੀ ਇਹ 5 ਵਿਕਾਰ ਬਹੁਤ ਮਾੜੇ ਹੁੰਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਪਰ ਇਸ ਤੋਂ ਇੱਕ ਘਾਤਕ ਚੀਜ਼ ਹੋਰ ਹੈ ਜਿਹੜੀ ਦਿਖਦੀ ਨਹੀਂ ਹੈ। ਹੰਕਾਰ ਦਿਖਦਾ ਹੁੰਦਾ ਨਾ, ਹੰਕਾਰ ਦਿਖ ਜਾਂਦਾ। ਉਹ ਚੀਜ਼ ਕਿਹੜੀ ਹੈ? ਹਉਮੈ। ਹਉਮੈ ਇੰਨੀ ਸੂਖਸ਼ਮ ਹੈ, ਉਹ ਛੋਟੀਆਂ ਛੋਟੀਆਂ ਗੱਲਾਂ ਤੇ ਪ੍ਰਗਟਾਵਾ ਕਰਦੀ ਹੈ। ਜੇ ਅੰਮ੍ਰਿਤ ਵੇਲੇ ਉੱਠ ਕੇ ਨਾ ਬਾਲਟੀ ਵੀ ਜ਼ੋਰ ਦੀ ਖੜਕਾਏਗਾ ਵੀ ਲੋਕਾਂ ਨੂੰ ਪਤਾ ਲੱਗ ਜਾਏ ਵੀ ਉੱਠ ਕੇ ਅੰਮ੍ਰਿਤ ਵੇਲਾ ਹੋ ਗਿਆ, ਮੈਂ ਅੰਮ੍ਰਿਤਧਾਰੀ। ਇਹ ਬੜੀ ਹਉਮੈ ਬੜੀ ਸੂਖਸ਼ਮ ਹੈ। ਪਾਠ ਕਰੇਗਾ ਲੋਕਾਂ ਨੂੰ ਸੁਣਾਏਗਾ, ਕੁਛ ਕਰੇਗਾ ਲੋਕਾਂ ਨੂੰ ਦੱਸੇਗਾ। ਇਹ ਹਉ ਮੈਂ। ਗੁਰੂ ਸਾਹਿਬ ਮਹਾਰਾਜ ਕਹਿੰਦੇ ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਨਿਕਲ ਗਈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ। ਉਹਦੇ ਵਿੱਚ ਹੀ ਜ਼ਿੰਦਗੀ ਆਪਣੀ ਬਤੀਤ ਕਰ ਦਿੱਤੀ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਰਹਿਮਤ ਕੀਤੀ। ਸਾਡੇ ਇਤਿਹਾਸ ਦੇ ਵਿੱਚ ਸੇਵਾ ਪੰਥੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਦੇ ਵਿੱਚੋਂ ਹੋਏ ਇੱਕ ਭਾਈ ਬੁੱਧੂ ਸ਼ਾਹ ਜੀ।
ਅੰਗਰੇਜ਼ਾਂ ਦਾ ਟਾਈਮ ਸੀ ਤੇ ਹੁਣ ਬਾਬਾ ਜੀ ਦਾ ਆਪਣਾ ਅਸਥਾਨ ਬਣਿਆ ਸੀ, ਗੁਰਦੁਆਰਾ ਸਾਹਿਬ ਬਣਿਆ ਸੀ ਤੇ ਭਾਈ ਬੁੱਧੂ ਸਾਹਿਬ ਤੰਦੂਰ ਤੇ ਕਹਿੰਦੇ ਰੋਟੀਆਂ ਬਣਾ ਰਹੇ ਸੀ। ਉਧਰ ਇੱਕ ਹਾਕਮ ਥਾਣੇਦਾਰ ਆਇਆ, ਆਉਂਦਿਆਂ ਹੀ ਹੁਣ ਕਦੇ ਮਿਲਿਆ ਨਹੀਂ ਸੀ, ਕਦੇ ਆ ਕੇ ਭਾਈ ਸਾਹਿਬ ਨੂੰ ਪੁੱਛਦਾ, ਭਾਈ ਬੁੱਧੂ ਸਾਹਿਬ ਕਿੱਥੇ ਹੈ? ਅੱਗੇ ਹੁਣ ਜਵਾਬ ਮਿਲਿਆ, ਤੂੰ ਭਾਈ ਹੈ ਮੇਰਾ, ਬੁੱਧੂ ਮੈਂ ਹਾਂ, ਸਾਹਿਬ ਅੰਦਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹ ਕਹਿਣ ਲੱਗਾ, ਚੰਗੀ ਤਰ੍ਹਾਂ ਦੱਸ ਭਾਈ ਬੁੱਧੂ ਸਾਹਿਬ ਕਿੱਥੇ ਹੈ? ਉਹ ਕਹਿਣ ਲੱਗੇ, ਭਰਾ ਤੂੰ ਹੈ, ਬੁੱਧੂ ਮੈਂ ਹਾਂ, ਸਾਹਿਬ ਅੰਦਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹਨੇ ਵੱਟ ਕੇ ਚਪੇੜ ਮਾਰੀ, ਵੀ ਕਿ ਇਹਨੂੰ ਗੱਲ ਹੀ ਨਹੀਂ ਕਰਨੀ ਆਉਂਦੀ, ਅੱਗੇ ਚਲਾ ਗਿਆ। 2-4 ਹੋਰ ਸਿੱਖ ਖੜੇ ਸਨ, ਉਹਨਾਂ ਨੂੰ ਪੁੱਛਿਆ, ਮੈਂ ਭਾਈ ਬੁੱਧੂ ਸਾਹਿਬ ਨੂੰ ਮਿਲਣਾ। ਕਹਿੰਦੇ ਉਹੀ ਹੈ, ਤੰਦੂਰ ਤੇ ਰੋਟੀਆਂ ਲਾ ਰਹੇ। ਵਾਪਸ ਆ ਗਏ, ਚਰਨਾਂ ਤੇ ਢਹਿ ਪਿਆ, ਮੈਨੂੰ ਮਾਫ ਕਰ ਦਿਓ। ਉਹ ਸੰਗਤ ਵੀ ਇਕੱਠੀ ਹੋ ਗਈ, ਉਹ ਚਰਨ ਫੜ ਰਿਹਾ ਤੇ ਭਾਈ ਬੁੱਧੂ ਸਾਹਿਬ ਉਹਦੇ ਪੈਰਾਂ ਨੂੰ ਫੜ ਰਹੇ ਆ। ਸੰਗਤ ਨੇ ਪੁੱਛਿਆ ਵੀ ਇਹਨੇ ਗਲਤੀ ਕੀਤੀ ਹੈ, ਤੁਹਾਡੇ ਚਰਨ ਫੜ ਰਿਹਾ, ਚਪੇੜ ਮਾਰੀ ਹੈ। ਉਹ ਕਹਿਣ ਲੱਗੇ, ਮੈਂ ਇਹਨੂੰ ਪਹਿਲਾਂ ਆਖਿਆ ਸੀ ਤੂੰ ਭਾਈ ਹੈ, ਮੈਂ ਬੁੱਧੂ ਹਾਂ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮੈਨੂੰ ਕਿਤੇ ਹੰਕਾਰ ਨਾ ਹੋ ਜਾਏ ਤੇ ਇਹ ਹੁਣ ਗੁਰੂ ਮੇਰਾ ਬਣ ਕੇ ਆਇਆ, ਮੇਰਾ ਰੱਬ ਬਣ ਕੇ ਆਇਆ, ਕਿ ਕਿਤੇ ਸ਼ਾਇਦ ਭਾਈ ਬੁੱਧੂ ਸਾਹਿਬ ਹੀ ਨਾ ਬਣਦੇ, ਇਸ ਕਰਕੇ ਚਪੇੜ ਮਾਰ ਕੇ ਮੈਨੂੰ ਸਹੀ ਕਰ ਦੇ। ਸਾਹਿਬ ਤਾਂ ਉਹ ਹੈ, ਬੁੱਧੂ ਮੈਂ ਹਾਂ ਤੇ ਭਾਈ ਤੂੰ ਹੈ ਜਿਹੜਾ ਮੈਨੂੰ ਸਮਝਾ ਰਿਹਾ ਹੈ। ਤੇ ਗੁਰੂ ਸਾਹਿਬ ਕਹਿੰਦੇ ਬਹੁਤ ਕਠਿਨ ਗੱਲ ਹੈ, ਆਪ ਛੱਡ ਸਦਾ ਰਹੇ ਪਰਨੇ, ਆਪਣੇ ਆਪ ਨੂੰ ਛੱਡ ਦੇਣਾ कि मेरी कोई हस्ती नहीं है, मिटा दे अपनी हस्ती को, अगर कश मर्तबा चाहे दाना खाक में मिलकर गुलो गुलजार होता है। वो मिट्टी दे विच अपने आप को खत्म कर लेंदा तां पौधे बनते आ, तां जाके उन्होंने फुल लगदे। गुरु साहब महाराज कहते अपने आप को खत्म करना। अगे 6वीं निशानी है, गुर बिन अवर ना जाने कोई, अपने गुरु तो बिना किसी नूं नहीं जानदा। वही पढ़ता है गुरु गुरु गुर कर मन मोर, गुरु बिना मैं ना ही होर, मेरे गुरु तो बिना होर कोई भी नहीं है। मेरा सतगुरु मेरा गुरु ही मेरे वास्ते सब कुछ है। गुर बिन अवर ना जाने कोई, जो करता मेरा गुरु कर रहा, जो करना मेरे गुरु ने करना। मेरा गुरु समर्थ है, मेरा गुरु समर्थ है, तू समर्थ अकथ अगोचर, जियो पिंड तेरी रास। मेरा गुरु समर्थ है कि नहीं, महिमा गुरु की बाणी दे विच कीती है। गुरु ने कृपा की ना, गुरु ने सानू जीवन दिता है। जिन्हों गुरु के उपर विश्वास होंदा है, जिस वेले गुरु कलगीधर पातशाह गुरु गोबिंद सिंह जी महाराज नूं आनंदगढ़ के किले नूं घेरा पिया सी, सतगुरु नूं अज खबर मिली आ, सतगुरु महाराज नूं खबर मिलदी आ कि ये जिहड़े राजे हैं जां समय की हुकूमत है, अज एक मस्त हाथी नूं तैयार किया गया, उन्होंने शराब पिलाई गई, मणा मोही लोहा उहदे सिर ते लाया गया भी एक झटके दे नाल ही ये किले का दरवाजा तोड़ दिता जाए। सतगुरु ने आख्या कोई गल नहीं, साडे कोल भी हाथी है। एक बहुत भारे शरीर का सी, दुनी चंद उहदा नाम सी, सिख का। वो रात नूं भज गया कंध टप के, गुरु तो बेमुख होया, कंध लत्त भी टुट गई। हाँ, ये क्योंकि जिथे गुरु की कृपा होंदी ना वरतदी जरूर है। इतिहास में लिखिया अगे अलग विषय है। उहदे पोतरे होए आ भाई सरूप सिंह ते भाई अनूप सिंह, जिहड़े फिर सतगुरु जी दे कोलों आके खिमा जाचना भी मंगदे आ ते सतगुरु की सेवा भी करदे। दुनी चंद चला गया सी ते गुरु साहब महाराज नूं सिरे पता लगा। सतगुरु कहते कोई गल नहीं, बचित्र सिंह नूं बुलाओ। बचित्र सिंह का कहते कद भी बहुत छोटा सी ते शरीर करके भी बहुत पतला सी, बड़ा कमज़ोर सी। ते कहते जिस वेले सतगुरु ने थापड़ा दिता, नागनी दिती, वो शस्त्र अज भी श्री आनंदपुर साहब वो दर्शन कराए जाते नागनी दे। इन्नी ताकत होएगी भाई बचित्र सिंह दे अंदर, कहते हैं वो लोहा पाड़ के हाथी के सिर में जाके नागनी लगी सी।
ਹਾਥੀ ਚੀਕਾਂ ਮਾਰਦਾ ਪਿੱਛੇ ਚਲਾ ਗਿਆ, ਉਹਨਾਂ ਦੀਆਂ ਫੌਜਾਂ ਨੂੰ ਲਤਾੜਦਾ ਗਿਆ। ਇੱਧਰ ਜਿਸ ਵੇਲੇ ਭਾਈ ਬਚਿੱਤਰ ਸਿੰਘ ਅੰਦਰ ਆਇਆ ਨਾ ਗੁਰੂ ਸਾਹਿਬ ਮਹਾਰਾਜ, ਔਰ ਸਿੱਖਾਂ ਨੇ ਤਾਂ ਉਹਨੂੰ ਉੱਪਰ ਚੁੱਕ ਲਿਆ। ਉਹ ਕਹਿਣ ਲੱਗਾ ਮੈਨੂੰ ਕੋਈ ਤਾਕਤ ਨਹੀਂ ਹੈ, ਮੇਰੇ ਕੋਲ ਕੁਛ ਵੀ ਨਹੀਂ ਹੈ, ਜਿਹੜੀ ਤਾਕਤ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੈ, ਇਹ ਸਤਿਗੁਰੂ ਦੀ ਤਾਕਤ ਹੈ, ਮੇਰੀ ਤਾਕਤ ਨਹੀਂ ਹੈ। ਗੁਰ ਬਿਨ ਅਵਰ ਨਾ ਜਾਣੇ ਕੋਈ। ਭਾਈ ਬਚਿੱਤਰ ਸਿੰਘ ਇਸੇ ਤਰ੍ਹਾਂ ਬਹਾਦਰ ਸ਼ਾਹ ਨੇ ਕਿਹਾ ਸੀ ਨਾ ਕਲਗੀਧਰ ਪਾਤਸ਼ਾਹ ਨੂੰ, ਗੁਰੂ ਸਾਹਿਬ ਜੀ ਬੜਾ ਸੁਣਿਆ, ਤੁਹਾਡੀ ਸੋਭਾ ਸੁਣੀ ਹੈ, ਤੁਸੀਂ ਸ਼ੇਰਾਂ ਦਾ ਸ਼ਿਕਾਰ ਕਰਦੇ ਹੋ, ਤੁਸੀਂ ਸ਼ੇਰਾਂ ਦਾ ਸ਼ਿਕਾਰ ਕਰਦੇ ਹੋ, ਇੱਥੇ ਜੰਗਲ ਵਿੱਚ ਬਹੁਤ ਭਿਆਨਕ ਸ਼ੇਰ ਹੈ, ਰਾਜਸਥਾਨ ਦੀ ਗੱਲ ਹੈ, ਸਤਿਗੁਰੂ ਜੀ ਤੁਸੀਂ ਤਿਆਰ ਹੋ ਜਾਓ, ਉਹ ਸ਼ੇਰ ਨੂੰ ਮਾਰਨਾ ਹੈ। ਸਤਿਗੁਰੂ ਜੀ ਤਿਆਰ ਹੋ ਗਏ ਕਲਗੀਧਰ ਪਾਤਸ਼ਾਹ। ਹੁਣ ਕੀ ਸਾਜ਼ਿਸ਼ ਸੀ, ਇੱਕ ਤਾਂ ਸਾਜ਼ਿਸ਼ ਸੀ ਸਰਕਾਰ ਦੀ ਵੀ ਸ਼ੇਰ ਬਹੁਤ ਖਤਰਨਾਕ ਹੈ, ਕਿੰਨੇ ਬੰਦਿਆਂ ਨੂੰ ਮਾਰ ਚੁੱਕਾ ਹੈ, ਜੇ ਉਹ ਹਮਲਾ ਕਰ ਦੇਗਾ ਗੁਰੂ ਗੋਬਿੰਦ ਸਿੰਘ ਇੱਧਰੋਂ ਵੀ ਆਪਣਾ ਛੁਟਕਾਰਾ ਹੋ ਜਾਊਗਾ, ਮਨ ਵਿੱਚ ਤਾਂ ਉਹਦੀ ਬੇਈਮਾਨੀ ਸੀ। ਉਦੋਂ ਸਿੱਖ ਤਿਆਰ ਹੋਇਆ ਇੱਕ ਭਾਈ ਰੋਸ਼ਨ ਸਿੰਘ, ਉਹਨੇ ਆਖਿਆ ਸਤਿਗੁਰੂ ਮਹਾਰਾਜ ਮੈਨੂੰ ਥਾਪੜਾ ਦਿਓ, ਇਹਨੂੰ ਦੱਸ ਦਈਏ ਕਿ ਗੁਰੂ ਦੇ ਆਸ਼ੀਰਵਾਦ ਦੇ ਵਿੱਚ, ਗੁਰੂ ਦੀ ਕਿਰਪਾ ਦੇ ਵਿੱਚ ਕਿੰਨੀ ਤਾਕਤ ਹੈ। ਸਤਿਗੁਰੂ ਜੀ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਭਾਈ ਰੋਸ਼ਨ ਸਿੰਘ ਗਿਆ ਸੀ, ਜਿਹਨੇ ਹੱਥਾਂ ਦੇ ਨਾਲ ਹੀ ਸ਼ੇਰ ਦਾ ਜਵਾੜਾ ਪੂਰਾ ਪਾੜ ਦਿੱਤਾ, ਸ਼ੇਰ ਨੂੰ ਪਾੜ ਦਿੱਤਾ ਸੀ। ਬਹਾਦਰ ਸ਼ਾਹ ਬੜਾ ਖੁਸ਼ ਹੋਇਆ। ਬਹਾਦਰ ਸ਼ਾਹ ਕਹਿਣ ਲੱਗਾ ਇਨਾਮ ਦੇਵਾਂਗੇ, ਉਹ ਕਹਿਣ ਲੱਗਾ ਤੇਰੇ ਕੋਲ ਨਹੀਂ ਲੈਣਾ। ਕਿਹਨੇ ਸ਼ੇਰ ਮਾਰਿਆ? ਰੋਸ਼ਨ ਸਿੰਘ ਨੇ। ਕਿਹਦਾ ਸਿੱਖ ਹਾਂ? ਗੁਰੂ ਗੋਬਿੰਦ ਸਿੰਘ ਦਾ। ਇਨਾਮ ਵੀ ਗੁਰੂ ਗੋਬਿੰਦ ਸਿੰਘ ਤੋਂ ਲਵਾਂਗਾ। ਪਰ ਅੱਜ ਦੇ ਸਿੱਖਾਂ ਨੂੰ ਜਦੋਂ ਦੇਖਦੇ ਆ ਨਾ, ਗੁਰੂ ਨੂੰ ਛੱਡ ਕੇ ਪਤਾ ਨਹੀਂ ਕਿਹਦੇ ਕੋਲ ਫੋਟੋਆਂ ਖਿਚਾ ਕੇ ਆਪਣੇ ਘਰਾਂ ਵਿੱਚ ਲਾਈਆਂ ਹੁੰਦੀਆਂ ਜੀ, ਕਿਸੇ ਨੇਤਾ ਦੀ ਇਹਦੇ ਨਾਲ ਉਹਦੇ ਨਾਲ। ਗੁਰ ਬਿਨ ਅਵਰ ਨਾ ਜਾਣੇ। ਸਿੱਖ ਤਾਂ ਗੁਰੂ ਤੋਂ ਬਿਨਾਂ ਨਹੀਂ ਹੋਰ ਜਾਂਦਾ, ਗੁਰੂ ਤੋਂ ਬੇਮੁਖ ਹੋ ਗਿਆ। ਦੇਖੋ ਨਾ ਕਿੰਨਾ ਕੁਛ ਗੁਰੂ ਘਰ ਦਾ ਖਾ ਪੀ ਕੇ ਵੀ ਦੂਸਰੇ ਪਾਸੇ ਪਹੁੰਚ ਗਏ। ਐਸ਼ ਕੀਤੀ ਨਾ ਸੰਗਤ ਦੇ ਪੈਸੇ ਤੇ, ਗੋਲਕਾਂ ਦੇ ਪੈਸੇ ਤੇ ਅੱਜ ਉਹ ਛੱਡ ਕੇ ਵਿਰੋਧੀ ਜਿਹੜੇ ਸਿੱਖਾਂ ਦੇ ਵਿਰੋਧੀ ਆ ਉਹਨਾਂ ਨਾਲ ਰਲ ਗਏ। ਪਰ ਜਿਹੜਾ ਸਿੱਖ ਹੈ ਉਹਦੀ ਨਿਸ਼ਾਨੀ ਹੈ ਗੁਰ ਬਿਨ ਅਵਰ ਨਾ ਜਾਣੇ ਕੋਈ। ਕੁਛ ਵੀ ਹੋ ਜਾਏ ਤੇ ਗੁਰੂ ਤੋਂ ਬਿਨਾ ਮੇਰਾ ਕੋਈ ਨਹੀਂ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਮੇਰਾ ਗੁਰੂ ਹੀ ਮੇਰੇ ਵਾਸਤੇ ਸਭ ਕੁਝ ਹੈ। ਕਹੇ ਨਾਨਕ ਸੁਣੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਇਹਨੂੰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਆ ਕਿ ਉਹ ਸਿੱਖ ਸਨਮੁਖ ਹੈ। ਕਿਹੜਾ ਹੈ? ਜਿਹੜਾ ਜੀਉ ਰਹੇ ਗੁਰ ਨਾਲੇ, ਗੁਰੂ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੇ ਸਮਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰ ਬਿਨ ਅਵਰ ਨਾ ਜਾਣੇ। ਨਿਸ਼ਾਨੀਆਂ ਤਾਂ ਬਹੁਤ ਹੈ ਇਹਦੇ ਵਿੱਚ, ਪ੍ਰਮੁੱਖ 6 ਨਿਸ਼ਾਨੀਆਂ ਗੁਰੂ ਸਾਹਿਬ ਨੇ ਦੱਸੀਆਂ। ਸਿੱਖ ਦੀਆਂ ਨਿਸ਼ਾਨੀਆਂ ਤਾਂ ਗੁਰੂ ਸਾਹਿਬ ਨੇ ਹਰੇਕ ਸ਼ਬਦ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਤੇ ਗੁਰੂ ਮਹਾਰਾਜ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਅਗਲੀ ਪੌੜੀ ਦੇ ਵਿੱਚ ਸਤਿਗੁਰੂ ਇੱਥੇ ਸਨਮੁਖ ਦੀ ਗੱਲ ਕੀਤੀ ਹੈ, ਅਕਲ ਦੀ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਬੇਮੁਖ ਦੀ ਗੱਲ ਕਰਨਗੇ। ਗੁਰੂ ਸਾਹਿਬ ਕਿਰਪਾ ਕਰਨ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਦਿਆਂ ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।